ਸੋ ਗੱਲਬਾਤ ਸ਼ੁਰੂ ਕਰੀਏ ਜਦੋਂ ਸਨ 2025 ਨੂੰ ਅਸੀਂ ਦੇਖਦੇ ਹਾਂ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਤੁਹਾਨੂੰ ਲੰਮਾ ਸਮਾਂ ਹੋ ਗਿਆ ਲੰਮਾ ਤਜਰਬਾ ਹੈ ਤੁਹਾਡੇ ਕੋਲ ਐਜ਼ ਅ ਜਿਹੜੀਆਂ ਚੇਂਜਸ 2025 ਦੇ ਵਿੱਚ ਹੋਈਆਂ ਹੈਗੀਆਂ ਸਟੂਡੈਂਟਸ ਜੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਸਟੱਡੀ ਪਰਮਿਟਸ ਐਲੀਜੀਬਿਲਿਟੀ ਕ੍ਰਾਈਟੇਰੀਆ ਉਹ ਕਾਫੀ ਚੇਂਜ ਹੋਇਆ ਹੈਗਾ ਫੇਅਰ ਚੇਂਜਸ ਇਹਦੇ ਵਿੱਚ ਆਈਆਂ ਹੈਗੀਆਂ ਜਿਹੜੇ ਸਟੂਡੈਂਟਸ ਆਏ ਸੀਗੇ ਆਪਣੀ ਵਾਈਵਸ ਨੂੰ ਜਾਂ ਹਸਬੈਂਡਸ ਨੂੰ ਕਾਮਨ ਲਾਅ ਪਾਰਟਨਰਸ ਨੂੰ they were calling them over on spousal open visas ਉਹ ਵੀ ਉਹਨਾਂ ਨੇ restrict ਕਰ ਦਿੱਤਾ ਗਿਆ ਹੈ oh my god ਕਿਹੜੀਆਂ changes ਦੀ ਗੱਲ ਕਰੀਏ ਕਿਹਦੀਆਂ ਨਹੀਂ there's so many changes work permit issuance ਜਿਹੜੇ ਹੁਣ changes ਅੱਗੇ ਵੀ ਆ ਰਹੀਆਂ ਹੈਗੀਆਂ are allocated to work permit holders and study permit holders ਸੋ ਪਹਿਲਾਂ ਤਾਂ ਫਲੱਡ ਗੇਟਸ ਖੋਲ ਦਿੱਤੇ ਗਏ ਜੀ ਇਮੀਗ੍ਰੇਸ਼ਨ ਦੇ ਧੜਾਧੜ ਬਿਨਾਂ ਚੈੱਕ ਕੀਤੇ ਹੋਏ ਲੋਕਾਂ ਨੂੰ ਤੇ ਬੁਲਾਇਆ ਗਿਆ ਉਸ ਤੋਂ ਬਾਅਦ ਇਹ ਸਮਝ ਆਈ ਕਿ ਜੀ ਜਦੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਕਰੀਬਨ 3,10,000 ਦੇ ਕਰੀਬ ਐਪਲੀਕੇਸ਼ਨਸ ਆਉਣਗੀਆਂ ਉਹਦੇ ਚੋਂ ਇੰਨੇ ਕੁ ਲੋਕਾਂ ਨੂੰ ਇੱਥੇ ਬੁਲਾਇਆ ਜਾਏਗਾ ਸੋ ਲੈਟਸ ਸਟਾਰਟ ਆਫ ਵਿਦ ਇੰਟਰਨੈਸ਼ਨਲ ਸਟੂਡੈਂਟਸ ਦਾ ਕੀ ਹਾਲ ਹੈ ਇਸ ਸਮੇਂ so now ਕੰਮ ਕਰ ਸਕਦੇ ਆ ਨਾ ਉਹ school ਜਾ ਸਕਦੇ ਆ so they're looking to seek admission to a new school changing of their study permit that's all paperwork that's by email, that's your books, your resources, key thode programs hai. So maybe checks and balances otte hoi hogi, but were those checks and balances put in place where they checked again? Jadon ਉਹਨਾਂ ਨੇ approval ਦਿੱਤੇ ਗਏ ਸੀਗੇ physical location ਨੂੰ ਕਿਸੇ ਨੇ ਚੈੱਕ ਕੀਤਾ no I don't think so ਕੀ ਉਹ ਕ੍ਰੇਜ਼ ਹੈਗਾ ਕੈਨੇਡਾ ਵਿੱਚ ਆਉਣ ਦਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਦਾ ਜਾਂ ਜੋ ਕੁਝ ਸੋਸ਼ਲ ਮੀਡੀਆ ਤੇ ਜੋ ਖਬਰਾਂ ਵਿੱਚ ਆਇਆ ਉਸ ਕਾਰਨ ਉਹ ਡਿਟਰ ਹੋ ਰਹੇ ਨੇ ਤੇ ਬਲਕਿ ਬਾਹਰਲੇ ਹੋਰ ਮੁਲਕਾਂ ਵਾਲੇ ਪਾਸੇ ਹੁਣ ਮਾਂ-ਬਾਪ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਨੇ ਐਕਸੈਪਟ ਫॉर ਕੈਨੇਡਾ ਵੈਲਕਮ ਟੂ ਦਿਸ ਕਨਵਰਸੇਸ਼ਨ ਔਨ ਦ ਹਰਪ੍ਰੀਤ ਸਿੰਘ ਸ਼ੋ ਸਨ 2025 ਕਿਹੋ ਜਿਹਾ ਰਿਹਾ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਇਸ ਸੰਬੰਧ ਵਿੱਚ ਅਸੀਂ ਚਰਚਾ ਕਰਨੀ ਹੈ ਤੇ ਮੇਰਾ ਸਾਥ ਦੇਣਗੇ ਨਾਮਵਰ ਇਮੀਗ੍ਰੇਸ਼ਨ ਕੰਸਲਟੈਂਟ ਨੀਰਾ ਅਗਨੀਹੋਤਰੀ ਗੱਲਬਾਤ ਇਹ ਚੱਲਣੀ ਹੈ ਕਿ ਜੋ ਸਰਕਾਰ ਵੱਲੋਂ ਚੇਂਜਸ ਲਿਆਏ ਜਾ ਰਹੇ ਨੇ ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਇਕਨੋਮਿਕ ਇਮੀਗ੍ਰੈਂਟਸ ਦੀ ਗੱਲ ਕਰਨੇ ਆ ਜਾਂ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਹੁਣ ਡਿਪੋਰਟੇਸ਼ਨਸ ਵੀ ਸ਼ੁਰੂ ਹੋ ਗਈਆਂ ਨੇ ਕੀ ਹੈ ਫਿਊਚਰ ਇੰਟਰਨੈਸ਼ਨਲ ਸਟੂਡੈਂਟਸ ਦਾ ਜਾਂ ਇਕਨੋਮਿਕ ਇਮੀਗ੍ਰੈਂਟਸ ਦਾ ਕੈਨੇਡਾ ਦੇ ਵਿੱਚ ਇਸ ਸੰਬੰਧ ਵਿੱਚ ਆਓ ਜਾਣਕਾਰੀ ਲੈਣੇ ਆ ਨੀਰਾ ਅਗਨੀਹੋਤਰੀ ਤੋਂ ਨੀਰਾ ਜੀ ਆਇਆਂ ਨੂੰ ਵੈਲਕਮ ਟੂ ਦ ਪ੍ਰੋਗਰਾਮ ਥੈਂਕ ਯੂ ਹਰਪ੍ਰੀਤ ਜੀ ਥੈਂਕ ਯੂ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਨ 2025 ਵਿੱਚ ਤੁਸੀਂ ਸਾਡੇ ਨਾਲ ਸਾਥ ਦਿੰਦੇ ਰਹੇ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਅਪਡੇਟ ਕਰਦੇ ਰਹੇ ਜੋ ਚੇਂਜਸ ਇਮੀਗ੍ਰੇਸ਼ਨ ਸਿਸਟਮ 'ਚ ਅਸੀਂ ਦੇਖੇ ਸੋ ਬਹੁਤ-ਬਹੁਤ ਧੰਨਵਾਦ ਸਾਡੀ ਸਮੂਹ ਟੀਮ ਅਤੇ ਸਾਡੇ ਸਾਰੇ ਦਰਸ਼ਕਾਂ ਵੱਲੋਂ ਸੋ ਗੱਲਬਾਤ ਸ਼ੁਰੂ ਕਰੀਏ ਜਦੋਂ ਸਨ 2025 ਨੂੰ ਅਸੀਂ ਦੇਖਦੇ ਹਾਂ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਤੁਹਾਨੂੰ ਲੰਮਾ ਸਮਾਂ ਹੋ ਗਿਆ ਲੰਮਾ ਤਜਰਬਾ ਹੈ ਤੁਹਾਡੇ ਕੋਲ ਐਜ਼ ਅ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਸੋ ਇਹ ਜਿਹੜੇ ਚੇਂਜਸ ਮੁੱਖ ਤੌਰ ਤੇ ਜਿਹੜੇ ਹੋਏ ਨੇ ਉਹ ਕਿਹੜੇ ਤੁਸੀਂ ਦੇਖੇ ਹੈਗੇ ਨੇ ਜਿਹੜੀਆਂ ਚੇਂਜਸ 2025 ਦੇ ਵਿੱਚ ਹੋਈਆਂ ਹੈਗੀਆਂ ਸਟੂਡੈਂਟਸ ਜੇ ਆਪਾਂ ਸਟੂਡੈਂਟਸ ਦੀ ਗੱਲ ਕਰੀਏ ਸਟੱਡੀ ਪਰਮਿਟਸ ਐਲੀਜੀਬਿਲਿਟੀ ਕ੍ਰਾਈਟੇਰੀਆ ਉਹ ਕਾਫੀ ਚੇਂਜ ਹੋਇਆ ਹੈਗਾ there's a less intake of international students ਜੋ ਕੈਨੇਡਾ ਆਏ ਹੈਗੇ ਆ ਸੈਕੰਡਲੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਪਹਿਲਾਂ ਤਾਂ ਸਭ ਨੂੰ ਹੀ ਜਿਨ੍ਹਾਂ ਨੇ 1 ਸਾਲ ਦਾ 2 ਸਾਲ ਦਾ ਪਲੱਸ ਕੋਈ ਵੀ ਡਿਪਲੋਮਾ ਡਿਗਰੀ ਕੀਤੀ ਹੈਗੀ ਆ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਰਿਹਾ ਸੀਗਾ ਪਰ ਹੁਣ ਉਹਨਾਂ ਨੇ ਪ੍ਰੋਗਰਾਮ ਸਪੈਸੀਫਿਕ ਕਰਤਾ ਕਾਲਜ ਯੂਨੀਵਰਸਿਟੀ ਸਪੈਸੀਫਿਕ ਕਰ ਦਿੱਤਾ ਫੇਅਰ ਚੇਂਜਸ ਇਹਦੇ ਵਿੱਚ ਆਈਆਂ ਹੈਗੀਆਂ ਜਿਹੜੇ ਸਟੂਡੈਂਟਸ ਆਏ ਸੀਗੇ ਆਪਣੀ ਵਾਈਵਸ ਨੂੰ ਜਾਂ ਹਸਬੈਂਡਸ ਨੂੰ ਕਾਮਨ ਲਾਅ ਪਾਰਟਨਰਸ ਨੂੰ they were calling them over on spousal open visas ਉਹ ਵੀ ਉਹਨਾਂ ਨੇ restrict ਕਰ ਦਿੱਤਾ ਗਿਆ ਹੈ so unless you're doing a certain program ਤੁਸੀਂ ਆਪਣੇ spouse ਨੂੰ spousal open work permit ਤੇ ਨਹੀਂ ਬੁਲਾ ਸਕਦੇ fourthly ਜਿਹੜੀ ਆਪਣੀ ਹੈਗੀ ਆ work permit extensions PGWP extensions ਜੋ ਆਪਾਂ 2020 ਤੋਂ ਦੇਖ ਰਹੇ ਸੀਗੇ ਜਿਹੜੀ policies in place ਆ ਰਹੀਆਂ ਸੀਗੀਆਂ to extend those work permits what not ਉਹ ਵੀ they're completely gone oh my god ਕਿਹੜੀਆਂ changes ਦੀ ਗੱਲ ਕਰੀਏ ਕਿਹਦੀਆਂ ਨਹੀਂ there's so many changes work permit issuance ਜਿਹੜੇ ਹੁਣ changes ਅੱਗੇ ਵੀ ਆ ਰਹੀਆਂ ਹੈਗੀਆਂ are allocated to work permit holders and study permit holders ਸੋ ਪਹਿਲਾਂ ਤਾਂ ਫਲੱਡ ਗੇਟਸ ਖੋਲ ਦਿੱਤੇ ਗਏ ਜੀ ਇਮੀਗ੍ਰੇਸ਼ਨ ਦੇ ਧੜਾਧੜ ਬਿਨਾਂ ਚੈੱਕ ਕੀਤੇ ਹੋਏ ਲੋਕਾਂ ਨੂੰ ਤੇ ਬੁਲਾਇਆ ਗਿਆ ਉਸ ਤੋਂ ਬਾਅਦ ਇਹ ਸਮਝ ਆਈ ਕਿ ਜੀ ਜਦੋਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਖਾਸ ਤੌਰ ਤੇ ਕੈਨੇਡੀਅਨਸ ਨੇ ਕਿ ਤੁਸੀਂ ਕੀ ਕਰ ਰਹੇ ਹੋ ਤਾਂ ਸਰਕਾਰ ਨੇ ਥੋੜਾ ਟਵੀਕਿੰਗ ਸ਼ੁਰੂ ਕੀਤੀ ਪਰ ਉਹ ਟਵੀਕਿੰਗ ਇੰਨੀ ਜ਼ਿਆਦਾ ਕਈ ਹੋ ਗਈ ਕਿ ਹੁਣ ਕਿਹਾ ਜਾ ਰਿਹਾ ਕਿ ਜੀ ਬਹੁਤ ਵੱਡੀ ਸਮੱਸਿਆ ਕਿਵੇਂ ਸਭ ਕੁਝ ਡੀਲ ਕੀਤਾ ਜਾਏਗਾ
ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕਿ ਵਾਪਸ ਭੇਜਣਾ ਉਹ ਲੱਭ ਨਹੀਂ ਰਹੇ। ਇੰਟਰਨੈਸ਼ਨਲ ਸਟੂਡੈਂਟਸ ਤੇ ਹੁਣ ਸੰਨ 2026 ਵਿੱਚ ਮਿਨਿਸਟਰ ਡਾਇਬ ਨੇ ਕਿਹਾ ਕਿ 1,55,000 ਸਟੂਡੈਂਟਸ ਜਿਹੜੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਬੁਲਾਇਆ ਜਾਏਗਾ। ਤਕਰੀਬਨ 3,10,000 ਦੇ ਕਰੀਬ ਐਪਲੀਕੇਸ਼ਨਸ ਆਉਣਗੀਆਂ, ਉਹਦੇ ਚੋਂ ਇੰਨੇ ਕੁ ਲੋਕਾਂ ਨੂੰ ਇੱਥੇ ਬੁਲਾਇਆ ਜਾਏਗਾ। ਸੋ ਲੈਟਸ ਸਟਾਰਟ ਆਫ ਵਿਦ ਇੰਟਰਨੈਸ਼ਨਲ ਸਟੂਡੈਂਟਸ। ਇੰਟਰਨੈਸ਼ਨਲ ਸਟੂਡੈਂਟਸ ਦਾ ਕੀ ਹਾਲ ਹੈ ਇਸ ਸਮੇਂ? ਜੋ ਰਿਸਟ੍ਰਿਕਸ਼ਨਸ, ਜੋ ਅਪਡੇਟਸ ਕੀਤੇ ਗਏ, ਉਹਦੇ ਨਾਲ ਕਿੰਨਾ ਕੁ ਪ੍ਰਭਾਵਿਤ ਹੋਏ ਨੇ ਇੰਟਰਨੈਸ਼ਨਲ ਸਟੂਡੈਂਟਸ, ਤੇ ਜ਼ਿਆਦਾਤਰ ਤੁਹਾਡੇ ਤੱਕ ਕਿਹੜੀਆਂ ਫਾਈਲਸ ਆ ਰਹੀਆਂ ਨੇ? ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ ਗਈ ਹੈ, ਹੁਣ ਜਿਹੜੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਏ। ਵੀਵ ਹਰਡ ਆਫ ਵਨ ਕਾਲਜ ਜਿਹੜੀ ਬੰਦ ਕੀਤੀ ਗਈ ਹੋਈ ਹੈਗੀ ਹੈ, ਦੈਟ ਇਜ਼ ਅਫੈਕਟਡ ਸਟੂਡੈਂਟਸ। ਜੇ ਆਪਾਂ ਡਾਇਰੈਕਟਲੀ ਉਹਦੇ ਨਾਲ ਗੱਲ ਕਰੀਏ, ਜਿਹੜੇ ਉੱਥੋਂ ਦੇ ਸਟੂਡੈਂਟਸ ਹੈਗੇ ਆ, ਇੱਕ ਤਾਂ ਉਹਨਾਂ ਨੂੰ ਨਿਊ DLI ਚਾਹੀਦਾ। ਜੇ DLI ਚਾਹੀਦਾ, ਲਰਨਿੰਗ ਇੰਸਟੀਟਿਊਟ, DLI ਇਜ਼ ਅ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਜੋ ਹਰੇਕ ਸਕੂਲ ਨੂੰ ਮਿਲਦਾ ਹੈਗਾ। ਪਰ ਜਿਹੜੀ ਉਹਨਾਂ ਨੂੰ ਕਾਲਜ ਐਡਮਿਸ਼ਨ ਜਾਂ ਯੂਨੀਵਰਸਿਟੀ ਐਡਮਿਸ਼ਨ ਉਹਨਾਂ ਨੂੰ ਚਾਹੀਦੀ ਹੈਗੀ ਆ, ਇਟ ਸ਼ੁੱਡ ਬੀ ਰੈਕਗਨਾਈਜ਼ਡ public and or private, but a recognized post-secondary school. ਉਹਦੇ ਨਾਲ ਤੁਹਾਨੂੰ provincial attestation letter ਚਾਹੀਦਾ। ਉਹ ਵੀ government, federal government allocates a certain number to a certain school. So ਉਹ ਵੀ ਨਹੀਂ ਮਿਲ ਰਹੇ ਹੈਗੇ। ਇੱਕ ਜਦੋਂ ਤੋਂ ਅਕਤੂਬਰ ਦੇ ਵਿੱਚ ਇਹ ਕਾਲਜ ਬੰਦ ਹੋਈ ਹੈ, those students cannot work. Okay, so ਉਹਨਾਂ ਦੀ ਪੜ੍ਹਾਈ ਵੀ ਬੰਦ ਆ, ਉਹਨਾਂ ਦੀ their work is also stopped. So now ਕੰਮ ਕਰ ਸਕਦੇ ਆ ਨਾ ਉਹ schools are there, so they're looking to seek admission to a new school, changing of their study permit, change ਕਿਉਂਕਿ ਹੁਣ ਜਦੋਂ ਵੀ ਆਪਾਂ ਨਵਾਂ ਵੀ ਸਕੂਲ ਲੈਣੇ ਹੈਗੇ, this is another change। ਪਹਿਲਾਂ ਤਾਂ ਓਪਨ ਹੁੰਦਾ ਸੀ, ਤੁਸੀਂ ਇੱਥੇ ਆਉਣੇ ਹੈਗੇ ਆ, unless it's been specified on that study permit, ਤੁਸੀਂ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਚੇਂਜ ਕਰ ਸਕਦੇ ਸੀ, ਤੁਹਾਨੂੰ ਉਹ ਨਵਾਂ ਸਟੱਡੀ ਪਰਮਿਟ ਲੈਣ ਦੀ ਜ਼ਰੂਰਤ ਨਹੀਂ ਸੀਗੀ। ਪਰ ਹੁਣ ਇਹਨਾਂ ਨੇ ਇਹ ਕਰ ਦਿੱਤਾ ਗਿਆ ਹੈ, ਜੇ ਤੁਸੀਂ ਆਪਣਾ ਸਕੂਲ ਚੇਂਜ ਕਰ ਰਹੇ, ਪ੍ਰੋਗਰਾਮ ਚੇਂਜ ਕਰ ਰਹੇ, you have to apply for a new study permit. So a whole time lag. So that is becoming an issue. So students today, actually a lot of students have deterred now from Canada. ਇਹ ਵੀ ਤੁਸੀਂ ਸੁਣਦੇ ਹੋਗੇ। Quite a few students deter ਹੋ ਗਏ ਹੈਗੇ ਆ। And ਜੋ pipeline ਦੇ ਵਿੱਚ ਜਿਹੜੇ students ਹੈਗੇ, ਜੋ genuinely they want to come and study. All right, of course, we're going to have the gray area again that we talk about. But ਕਾਫੀ ਜਿਹੜੇ ਬੰਦੇ ਹੈਗੇ ਆ outside countries, so they have deterred from this coming into. So ਉਹ downtake ਤਾਂ already ਹੋ ਗਈ ਸੀਗੀ in applications. Right. ਪਰ ਦੂਸਰੇ ਪਾਸੇ ਆਮ ਤੌਰ ਤੇ ਇਹ ਦੇਖਣ ਨੂੰ ਮਿਲਦਾ ਹੈ, ਸੁਣਨ ਨੂੰ ਮਿਲਦਾ ਹੈ, ਖਾਸ ਤੌਰ ਤੇ ਬਾਹਰਲੇ ਮੁਲਕਾਂ 'ਚ ਲੋਕ ਸਮਝਦੇ ਨੇ ਕਿ ਕੈਨੇਡਾ ਦੀ ਐਜੂਕੇਸ਼ਨ ਸਿਸਟਮ ਬੜਾ ਹਾਈ ਹੈਗਾ ਹੈ, ਬੜੇ ਚੈਕਸ ਐਂਡ ਬੈਲੈਂਸਸ ਹੈਗੇ ਨੇ। ਪੈਸੀਫਿਕ ਲਿੰਕ ਕਾਲਜ ਬਾਰੇ ਪਹਿਲਾਂ ਵੀ ਰਿਪੋਰਟਸ ਆਈਆਂ, ਹੁਣੇ ਸਰਕਾਰ ਨੇ ਐਕਸ਼ਨ ਲਿਆ ਤੇ ਇਸ ਨੂੰ ਬੰਦ ਕਰ ਦਿੱਤਾ ਹੈ। ਪਰ ਨੀਰਜ ਜੀ, ਇਹ ਜਿਹੜੇ ਮਸ਼ਰੂਮ ਗਰੋਥ ਹੋਈ ਸੀ ਇਹ ਕਾਲਜਸ ਦੀ, ਜਿਹੜੇ ਕਿ 2-2 3-3 ਕਮਰਿਆਂ 'ਚ ਖੁੱਲ ਗਏ, ਕੀ ਸਰਕਾਰ ਨੇ ਪਹਿਲਾਂ ਕੋਈ ਧਿਆਨ ਨਹੀਂ ਦਿੱਤਾ, ਪ੍ਰੋਵਿੰਸ਼ੀਅਲ ਸਰਕਾਰ ਨੇ, ਤੇ ਇਹ ਧੜਾ-ਧੜ ਖੁੱਲਣ ਦਿੱਤੇ ਤੇ ਕੋਈ ਇਹਨਾਂ ਦੇ ਉੱਤੇ ਚੈਕਸ ਐਂਡ ਬੈਲੈਂਸਸ ਨਹੀਂ ਸੀ? Obviously not. ਜਿਹੜੇ ਇੱਕ ਕਮਰੇ ਦੇ ਵਿੱਚ ਸਕੂਲਸ ਖੋਲ ਰਹੇ, so maybe physical checking ਨਾ ਹੋਈ ਹੋਵੇ। But of course ਜਿਹੜੀ curriculum ਜਿਹੜਾ ਉਹਨਾਂ ਨੂੰ curriculum present ਕਰਨਾ ਪੈਂਦਾ, ਜੋ ਚੀਜ਼ਾਂ ਕਰਨੀਆਂ ਪੈਂਦੀਆਂ, that's all paperwork. That's by email, that's your books, your resources, ਕੀ ਤੁਹਾਡੇ programs ਹੈਗੇ ਆ। So maybe checks and balances ਉੱਥੇ ਹੋਈ ਹੋਗੀ, but were those checks and balances put in place where they checked again? ਜਦੋਂ ਉਹਨਾਂ ਨੇ approval ਦਿੱਤੇ ਗਏ ਸੀਗੇ, physical location ਨੂੰ ਕਿਸੇ ਨੇ check ਕੀਤਾ? No, I don't think so. ਕਿਉਂਕਿ ਕਿਹੜੀ college ਤੁਸੀਂ, it's smaller than a kindergarten room. How can you run a college? Resources, computers, libraries. College university is a college university. Right. So in a classroom there's hundreds of seats for students. So even private shorty colleges again, they were popping up left, right, center. ਕੋਈ ਵੀ ਪ੍ਰੋਗਰਾਮ ਕਰ ਰਹੇ ਸੀ ਤੇ ਅੱਜ ਵੀ ਸੁਣਨ ਚ ਆ ਰਿਹਾ ਹੈਗਾ ਵੀ ਕਾਫੀ ਕਹਿ ਰਹੇ ਹੈਗੇ, ਚਲੋ ਜੇ ਤੁਸੀਂ ਆਪਣਾ ਗੈਪ ਇਹ ਕਰਨਾ ਹੈਗਾ, ਤੁਸੀਂ ਇਹ ਜਿਹੜਾ ਗੈਪ ਹੈਗਾ ਅਸੀਂ ਤੁਹਾਨੂੰ ਪੇਪਰਵਰਕ ਦੇ ਦਿੰਦੇ ਹਾਂ। ਡੋਂਟ ਵਰੀ, ਅਸੀਂ ਕਹਿ ਦੇਵਾਂਗੇ ਤੁਸੀਂ ਸਾਡੇ ਸਟੂਡੈਂਟ ਆ ਲੋ, ਐਡਮਿਸ਼ਨ ਫੀਸ ਦਿਓ, ਇਹ ਦਿਓ, ਤੁਹਾਨੂੰ ਮਾਰਕਸ ਵੀ ਦੇ ਦੇਵਾਂਗੇ, ਤੁਹਾਨੂੰ ਅਟੈਂਡੈਂਸ ਵੀ ਦੇ ਦੇਵਾਂਗੇ। ਬਟ ਐਟ ਦੀ ਐਂਡ ਆਫ ਦਾ ਡੇ ਤੁਹਾਨੂੰ ਇਹ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਜਾ ਕੇ ਗੱਲ ਨਿਕਲੇਗੀ, ਇਹ ਵੀ ਇਨਵੈਸਟੀਗੇਸ਼ਨ ਹੋਏਗੀ। So no, they were not doing their job. Are they doing their job now? Yes and no, ਕਿਉਂਕਿ resources ਨਹੀਂ ਹੈਗੇ, ਪਰ resources ਉਹ ਕਾਫੀ ਬਣਾ ਰਹੇ ਆ, ਕਰ ਰਹੇ ਹੈਗੇ। So will they be doing the checks? Yes. Approval, the standards change ਹੋਣਗੇ. Will there be physical checks in colleges? I know the BC province is doing compliance audits on several colleges. So ਇਹ online compliances ਹੋ ਰਹੀਆਂ, in-person compliances ਹੋ ਰਹੀਆਂ for many of the colleges as well. Right. But unfortunately, ਇਸ ਲਾਪਰਵਾਹੀ ਦਾ
ਜਿਹੜਾ ਬ੍ਰੰਟ ਹੈਗਾ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਪੇ ਕਰਨਾ ਪੈ ਰਿਹਾ ਹੈ। ਫੀਸਾਂ ਵੀ ਦਿੱਤੀਆਂ, ਉਸ ਤੋਂ ਬਾਅਦ ਕੋਰਸਿਸ ਵੀ ਨਹੀਂ ਹੁਣ ਹੋ ਰਹੇ, ਫਰਦਰ ਅੱਗੇ ਐਡਮਿਸ਼ਨਸ ਨਹੀਂ ਹੋ ਰਹੀਆਂ, ਤੇ ਬਹੁਤ ਸਾਰੇ ਹੁਣ ਵਾਪਸ ਵੀ ਆ ਰਹੇ ਨੇ। ਸੋ Yeah. ਇਹ ਜੋ ਹੁਣ ਇਸ ਸਮੇਂ ਸਿਸਟਮ ਬਣਿਆ ਪਿਆ ਹੈ, ਤੁਸੀਂ ਕੀ ਫੋਰਸੀ ਕਰ ਰਹੇ ਹੋ 2026 ਦੇ ਵਿੱਚ? ਜਿਸ ਤਰ੍ਹਾਂ 1,55,000 ਸਟੂਡੈਂਟਸ ਨੂੰ ਕਿਹਾ ਜਾ ਰਿਹਾ ਕਿ ਐਡਮਿਟ ਕੀਤਾ ਜਾਏਗਾ, ਕੀ ਉਹ ਕ੍ਰੇਜ਼ ਹੈਗਾ ਕੈਨੇਡਾ ਵਿੱਚ ਆਉਣ ਦਾ ਹੁਣ ਇੰਟਰਨੈਸ਼ਨਲ ਸਟੂਡੈਂਟਸ ਦਾ, ਜਾਂ ਜੋ ਕੁਝ ਸੋਸ਼ਲ ਮੀਡੀਆ ਤੇ ਜੋ ਖਬਰਾਂ ਵਿੱਚ ਆਇਆ ਉਸ ਕਾਰਨ ਉਹ ਡਿਟਰ ਹੋ ਰਹੇ ਨੇ, ਤੇ ਬਲਕਿ ਬਾਹਰਲੇ ਹੋਰ ਮੁਲਕਾਂ ਵਾਲੇ ਪਾਸੇ ਹੁਣ ਮਾਂ-ਬਾਪ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਨੇ, ਐਕਸੈਪਟ ਫॉर ਕੈਨੇਡਾ? I think ਜਿਹੜੇ ਕੈਨੇਡਾ ਨੂੰ loophole use ਕਰਨਾ ਚਾਹੁੰਦੇ ਸੀ just for permanent residency whatnot, ਉਹ ਤਾਂ deter ਹੁੰਦੇ ਹੋ ਗਏ, ਕਿਉਂਕਿ ਹੁਣ ਤਾਂ PR ਦੇ ਵੀ ਨਹੀਂ ਕੋਈ ਸਕੋਪ ਰਿਹਾ ਹੈਗਾ। ਜਿਹੜਾ ਰਾਈਟ। 2 ਸਾਲ ਦਾ ਡਿਪਲੋਮਾ ਕਰ ਰਿਹਾ ਉਹਨੂੰ ਉਹਦੇ ਕੋਲੇ PR ਦਾ ਸਕੋਪ ਹੈ ਹੀ ਨਹੀਂ। So they are being deterred, but fully no, not, of course not fully ਤਾਂ ਨਹੀਂ। And is this going to continue? Obviously not. Canada works and lives and breathes immigration. ਸੋ ਇਹ ਕਿੰਨਾ ਕੁ ਚਿਰ ਇਹ ਬੰਦ ਕਰਨਗੇ, ਕਿੰਨਾ ਕੁ ਚਿਰ ਇਹਨਾਂ ਨੇ ਇਹ ਕਰਨਾ ਹੈਗਾ। ਐਂਡ ਜਦੋਂ ਖੋਲਦੇ ਆ, ਜਦੋਂ ਇਹ ਚੀਜ਼ਾਂ ਹੁੰਦੀਆਂ, oh my god, they open the floodgates and then they close the floodgates. ਰਾਈਟ। ਹੁਣ ਇਹ floodgate ਖੋਲ ਰਹੇ, they're opening up FIFA. Like, what is that? Like, FIFA ਲਈ ਮੈਨੂੰ 10 calls ਆਉਂਦੀ ਆ ਦਿਨ ਲਈ, ਵੀਜ਼ਾ ਚਾਹੀਦਾ FIFA ਲਈ। ਤੁਹਾਨੂੰ ਪਤਾ ਕਿ Right. FIFA ਕੀ ਹੈ? Coming in as a visitor, what do you anticipate? What do you, right? So ਇੱਕ ਪਾਸੇ ਬੰਦ ਕਰ ਰਹੇ, ਦੂਸਰੇ ਪਾਸੇ yeah, I don't know. ਇਹ ਕੈਨੇਡਾ ਦੀ ਦੁਰਭਾਗ ਹੀ ਰਿਹਾ ਜੀ। ਮੈਂ ਕਹਾਂਗਾ ਕਿ ਕੋਈ ਵੀ ਗਵਰਨਮੈਂਟ ਆਈ ਉਹ ਪ੍ਰੋਗਰਾਮਸ ਲਿਆਂਦੀ ਜਿਹੜੀ ਪਿਛਲੀ ਸਰਕਾਰਾਂ ਦੇ ਜਾਂ ਆਪਣੇ ਵੀ, ਉਹ ਕਦੀ ਬਿਲਕੁਲ ਬਿਨਾਂ ਸੋਚੇ ਸਮਝੇ ਉੱਤੇ ਐਕਸ਼ਨ ਲੈ ਲੈਂਦੇ ਨੇ ਵਿਦਆਊਟ ਐਂਟੀਸਿਪੇਟਿੰਗ ਕਿ ਫਰਦਰ ਜਿਹੜੇ ਫਲੱਡ ਗੇਟਸ ਖੋਲ ਰਹੇ ਨੇ ਉਹਦੇ ਕੀ ਰੈਮੀਫਿਕੇਸ਼ਨਸ ਹੋਣਗੀਆਂ। ਬਹਰਹਾਲ ਸੋ ਇੰਟਰਨੈਸ਼ਨਲ ਸਟੂਡੈਂਟਸ 2026 ਵਿੱਚ ਵੀ ਆਫ ਕੋਰਸ ਜਿਹੜਾ ਇਹ ਨੰਬਰ ਉਹਨਾਂ ਨੇ ਟਾਰਗੇਟ ਸੈੱਟ ਕੀਤਾ ਹੈ ਉਸ ਦੇ ਅਧੀਨ ਆਣਗੇ, ਪਰ ਗੱਲ ਇਹ ਆਂਦੀ ਹੈ ਕਿ ਅੱਗੇ ਫਰਦਰ ਉਹਨਾਂ ਵਾਸਤੇ ਕੀ ਸਕੋਪ ਹੈ। ਸਰਕਾਰ ਨੇ ਹੁਣ ਡਿਪਲੋਮਾ ਹੋਲਡਰਸ ਲਈ ਤਾਂ ਦਰਵਾਜ਼ੇ ਤੁਸੀਂ ਕਿਹਾ ਬੰਦ ਕਰਤੇ, ਪਰ ਪੋਸਟ ਗ੍ਰੈਜੂਏਸ਼ਨ ਵਾਸਤੇ ਹੁਣ ਉਹ ਜ਼ਿਆਦਾ ਤਰਜੀਹ ਦੇ ਰਹੇ ਨੇ ਕਿ ਲੋਕ ਇੱਥੇ ਆ ਕੇ ਪੜ੍ਹਨ ਤੇ ਇੱਥੇ ਆ ਕੇ ਆਪਣੀ ਪੂਰੀ ਐਜੂਕੇਸ਼ਨ ਲੈ ਕੇ ਕਾਮਯਾਬ ਹੋ ਸਕਣ। ਟੈਂਪਰਰੀ ਫੋਰਨ ਵਰਕਰਸ ਦਾ ਕੀ ਹਾਲ ਹੈ ਜੀ ਨੀਰਾ ਜੀ? ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਕੀ ਉਹਦੇ ਵਿੱਚ ਜਿਹੜਾ ਇੱਕ ਬੈਂਚਮਾਰਕ ਸੈਟਅਪ ਕੀਤਾ ਗਿਆ ਸੀ, ਕੀ ਉਸ ਨਾਲ ਉਹਨਾਂ ਨੂੰ ਹੁਣ ਪਰਮਿਟਸ ਮਿਲ ਰਹੇ ਨੇ? ਕੀ ਉਹ ਇੱਥੇ ਰਹਿ ਸਕਣਗੇ ਜਾਂ ਉਹਨਾਂ ਨੂੰ ਵੀ ਵਾਪਸ ਜਾਣਾ ਪਏਗਾ? ਪਰਮਿਟਸ ਮਿਲ ਰਿਹਾ। ਜੇ ਤੁਹਾਡੇ ਕੋਲ ਐਕਸਟੈਂਸ਼ਨ ਲਈ ਕੋਈ LMI ਨਹੀਂ ਹੈਗਾ, then ਐਕਸਟੈਂਸ਼ਨ ਕਿੱਥੋਂ ਕਰਨਗੇ? They cannot extend their work permit. And LMIs ਜਿਹੜਾ right now low wage ਤੇ LMIs ਹੋ ਹੀ ਨਹੀਂ ਰਹੇ, because unemployment rate ਆਪਣੀ is above 6%. So we're not getting any low wage LMIs. High wage LMIs ਦੇ ਵਿੱਚ ਕੀ ਹੋ ਰਹੀ ਹੈ? You have to advertise at $37 and above, but ਉਹਦੇ ਵਿੱਚ ਸਾਨੂੰ Canadian ਕਿਉਂ ਨਹੀਂ ਮਿਲ ਰਿਹਾ for $37, $38? And Right. apart from that, ਜਿਹੜੀ job bank ਜਿੱਥੇ ਇੱਕ mandatory advertising place ਹੈ, ਪਹਿਲਾਂ ਤਾਂ ਤੁਹਾਨੂੰ ਦੱਸਦੇ ਸੀ ਇਹ ਬੰਦੇ ਨੇ ਅਪਲਾਈ ਕੀਤਾ, ਅੰਨੀ ਮੈਚਿੰਗ ਹੋ ਰਹੀ ਹੈ, but now what they have done, ਵੀ ਉਹ ਬੰਦੇ ਦੀ resume upload ਹੋ ਰਹੀ ਹੈ। So ESDC has access ਵੀ ਕੌਣ ਅਪਲਾਈ ਕਰ ਰਿਹਾ, ਕਿਹੜਾ Canadian ਅਪਲਾਈ ਕਰ ਰਿਹਾ, ਇਹਦੀ ਇੰਟਰਵਿਊ ਹੋਈ ਹੈ ਕਿ ਨਹੀਂ, they can easily phone them. Sorry, resumes on they are seeing these resumes. Then they've put a new thing in just last week. Jo we accept kar raha si, I'm a third party. I don't recruit, but mere kole license hai vi main apne clients se advertisements pa sakti hu according to what the requirements are of immigration. So if I'm accepting, my staff is accepting their resume because that's an administrative job, it is staying accepted by Neera Agnihotri. So ਜਿਹੜੇ ਉਹਨਾਂ ਨੇ LMI ਦੇ ਵਿੱਚ job bank ਦੇ ਵਿੱਚ ਅਨਿਆ ਚੀਜ਼ਾਂ AI must be AI of course ਪਾ ਦਿੱਤਾ ਗਿਆ ਵੀ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਾਡੇ ਕੋਲ ਕੋਈ ਐਪਲੀਕੈਂਟ ਨਹੀਂ ਆਇਆ ਹੈਗਾ ਇਹ ਜੌਬ ਲਈ, because ਉਹਨਾਂ ਨੂੰ ਸਾਫ਼ ਨਜ਼ਰ ਆ ਰਿਹਾ 50 ਐਪਲੀਕੇਸ਼ਨਸ ਤਾਂ ਕੈਨੇਡੀਅਨ ਦੀ ਆਈਆਂ ਹੋਈਆਂ, 50 ਤੋਂ 40 ਕੁਆਲੀਫਾਈਡ ਆ। So getting an LMIA is even tough. So meaning Right. they cannot extend their work permit if they're not getting that LMIA. So low wage is finished in most cities. Kei cities ਹੈਗੀਆਂ ਜਿਨ੍ਹਾਂ ਦੀ under 6% ਹੈਗੀ ਆ, we can still apply. Right. And that you have to meet the cap. And high wage, you have to justify how are you offering this $38 per hour. ਜਿਹੜੀ ਐਕਸਪਲੋਇਟੇਸ਼ਨ ਦਾ ਬਹੁਤ ਅਸੀਂ ਸੁਣਿਆ ਇਸ ਸਾਲ ਦੇ ਵਿੱਚ, ਸਰਕਾਰ ਨੇ ਇਨਫੋਰਸਮੈਂਟ ਵੀ ਕੀਤੀ, ਤੇ ਜਾ ਕੇ ਰੇਡਸ ਵੀ ਮਾਰੇ, ਐਕਸ਼ਨ ਵੀ ਲਿਆ, ਕੀ ਉਹ ਅਜੇ ਵੀ ਚੱਲ ਰਿਹਾ ਜੀ? ਕਿ ਉਸ ਦਾ ਕੁਝ ਇੰਪੈਕਟ ਪਿਆ? Of course impact ਪਿਆ, yes, ਉਹ ਚੱਲ ਰਿਹਾ, ਉਹ ਚੱਲੇਗਾ। ਜਿੰਨੇ ਬੰਦਿਆਂ ਨੇ open work permits ਜੋ ਵੀ ਕੁਝ ਅਪਲਾਈ ਕੀਤਾ, ਕੰਪਲੇਂਟਸ ਕੀਤੀਆਂ। So again I say the government is very smart in what they do. ਉਹਨਾਂ ਨੇ ਕਹਿਤਾ ਚਲੋ ਤੁਹਾਨੂੰ abuse ਹੋ ਰਿਹਾ,
apply for the vulnerable open work permit. Once you apply, ਉਹਨਾਂ ਦਾ ਨਾਮ ਚਲੇ ਗਿਆ worker ਦਾ। ਉਸ ਤੋਂ ਬਾਅਦ ਏਜੰਟ ਦਾ, ਲਾਇਰ ਦਾ, ਕੰਸਲਟੈਂਟ ਦਾ ਨਾਮ ਚਲੇ ਗਿਆ। ਤੀਸਰਾ ਐਮਪਲੋਇਰ ਦਾ ਨਾਮ ਚਲੇ ਗਿਆ। ਚੌਥਾ ਜੋ ਤੁਸੀਂ ਪੈਸੇ ਦਿੱਤੇ, ਜੋ ਨਹੀਂ ਕੀਤਾ, ਟੈਕਸਸ ਦਿੱਤੇ, ਕੁਝ ਵੀ ਕੀਤਾ, ਉਹਦੇ ਵਿੱਚ ਸਾਰਾ ਐਵੀਡੈਂਸ ਚਲੇ ਗਿਆ। ਸੋ ਦੇ ਹੈਵ ਅ ਲੋਟ ਆਫ ਇਨਵੈਸਟੀਗੇਸ਼ਨਸ ਟੂ ਡੂ ਦੇयर। ਰਾਈਟ। ਰਾਈਟ ਅ ਬਿਟ। ਜਿੱਥੇ ਬਹੁਤ ਸਾਰੇ ਲੋਕਾਂ ਨੇ ਜੀ ਅਸੀਂ ਬਹੁਤ ਵਾਰ ਇਸ ਸਾਲ ਦੇ ਦੌਰਾਨ ਇਹ ਗੱਲਬਾਤ ਕੀਤੀ ਕਿ ਅਸਾਈਲਮ ਲਈ ਜਿਹੜੇ ਰੈਫਿਊਜੀ ਸਟੇਟਸ ਲਈ ਅਪਲਾਈ ਕਰ ਰਹੇ ਸੀ ਉਹ ਧਿਆਨ ਦੇਣ। ਤੁਸੀਂ ਬਾਰ-ਬਾਰ ਦੁਹਾਈ ਦਿੰਦੇ ਰਹੇ ਕਿ ਜੀ ਨਾ ਵਰਗਲਾਏ ਜਾਓ ਤੁਸੀਂ ਲੋਕਾਂ ਦੀ ਗੱਲਾਂ ਦੇ ਵਿੱਚ, ਇਸ ਦਾ ਨੁਕਸਾਨ ਹੀ ਹੋਏਗਾ। ਉਹ ਵੀ ਅਸੀਂ ਦੇਖਿਆ ਕਿ ਇਸ ਸਾਲ ਸਰਕਾਰ ਨੇ ਅਸਾਈਲਮ ਸੀਕਰਸ ਜਿਹੜੇ ਨੇ ਉਹਨਾਂ ਉੱਤੇ ਵੀ ਇੱਕ ਰੋਕ ਜੀ ਲਾਤੀ, ਜਿਹਦੇ ਕਰਕੇ ਹੁਣ ਉਹ ਵੀ ਇੱਕ ਐਵਨਿਊ ਜਿਹੜਾ ਉਹ ਬੰਦ ਇੱਕ ਤਰੀਕੇ ਦਾ ਹੋ ਗਿਆ। ਯਾ ਤੁਸੀਂ ਸੋਚੋ ਜਿਹੜੇ ਪ੍ਰੋਗਰਾਮਸ ਬੰਦ ਹੋ ਰਹੇ ਆ is because of fraud. I had a client that came in this morning. Oh, ਕਹਿੰਦੀ ਵੀ ਮੇਰੀ ਕੁੜੀ ਕੋਲੇ ਕੋਈ ਚਾਰਾ ਨਹੀਂ ਸੀ, ਉਹਨੇ ਰੈਫਿਊਜੀ ਲਾਤੀ। ਉਹ ਰੈਫਿਊਜੀ ਹੋ ਗਈ, she got approved. ਕਹਿੰਦੇ ਜੋ ਵੀ ਏਜੰਟ ਨੇ ਸਟੋਰੀ ਦੱਸੀ ਅਸੀਂ ਲਾਤੀ। ਹੁਣ ਉਹਨੇ ਵਿਆਹ ਕਰਾਉਣਾ ਇੰਡੀਆ ਨਾਲ। ਇੰਡੀਆ ਕਿਵੇਂ ਆਏਗੀ ਜਦੋਂ ਉਹਨੂੰ ਇੰਡੀਆ ਤੋਂ ਡਰ ਆ? ਪਰ ਨਹੀਂ ਕੋਈ ਹੱਲ ਲੱਭੋ। ਅਸੀਂ ਕੀ ਲੱਭ ਕੇ ਦੇਈਏ? ਰਾਈਟ। ਸੋ ਐਂਡ ਜੇ ਆ ਵੀ ਗਈ ਕੱਲ ਨੂੰ, ਵਿਆਹ ਵੀ ਕਰਾ ਲਿਆ, ਕੱਲ ਨੂੰ ਸਪਾਂਸਰ ਵੀ ਕਰੇਗੀ। ਇਮੀਗ੍ਰੇਸ਼ਨ 3 ਸਾਲ ਪਹਿਲਾਂ ਤਾਂ ਤੈਨੂੰ ਡਰ ਸੀ, ਹੁਣ ਕਿਹੜੀ ਚੇਂਜ ਕੰਡੀਸ਼ਨ ਹੋ ਗਈ ਜੋ ਤੂੰ they don't think, and ਉਹ ਤਾਂ 3 ਸਾਲ ਪਹਿਲਾਂ ਦੀ ਗੱਲ ਆ। ਜਿਹੜੇ ਅੱਜ ਦੇ ਵਿੱਚ ਲਗਾ ਰਹੇ ਆ ਰੈਫਿਊਜੀ ਕਲੇਮਸ, what is going to happen with them, you will see. ਕਦੇ ਸੁਣਿਆ ਤੁਸੀਂ ਰੈਫਿਊਜੀ ਇਨਸਾਈਡ ਕੈਨੇਡਾ ਦੇ ਕੋਈ ਇਹਨਾਂ ਨੇ restrictions ਲਾਏ ਹੋਣ? ਆ ਕੇਅਰ ਗਿਵਰ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ। ਜਿਹੜਾ ਕੰਸਟਰਕਸ਼ਨ ਵਰਕਰ ਉਹ ਵੀ ਕੇਅਰ ਗਿਵਰ ਬਣ ਗਿਆ। ਜਿਹੜਾ ਇੱਥੇ ਰੀਟੇਲ ਸਟੋਰਸ ਕੰਮ ਕਰਕੇ ਉਹ ਵੀ ਇੰਜੀਨੀਅਰ ਵੀ ਕੇਅਰ ਗਿਵਰ ਬਣ। ਲਾਈਕ ਰੀਅਲੀ ਸਾਰਿਆਂ ਨੇ ਕੇਅਰ ਗਿਵਰ ਦੇ EMPLOYERS ਨੂੰ ਮੌਕਾ ਮਿਲ ਗਿਆ ਪੈਸੇ ਲਾਉਣ ਦੇ, ਪੈਸੇ ਇਸ਼ੂ ਕਰਨ ਦੇ। ਏਜੰਟਸ ਨੂੰ ਮਿਲ ਗਿਆ ਅਸੀਂ ਤੁਹਾਨੂੰ EMPLOYER ਲੱਭ ਦਿੰਦੇ ਉੱਥੇ ਪੈਸੇ ਕਮਾਉਣ ਦੇ। ਐਂਡ ਜਿਹੜਾ ਵਰਕਰ ਹੈਗਾ ਉਹਨੂੰ ਝੂਠ ਬੋਲਣ ਨੂੰ ਮਿਲ ਗਿਆ ਹੈਗਾ ਵੀ ਮੈਂ ਕੇਅਰ ਗਿਵਰ ਹੈਗਾ। engineering ਕਰਕੇ ਜਾਂ plumber ਹੋ ਕੇ ਮੈਂ all of a sudden I'm a caregiver. Right. You think they're dumb? Like really? ਬੰਦ ਹੀ ਕਰਾਤਾ ਪ੍ਰੋਗਰਾਮ। Absolutely. That is again very unfortunate ਕਿ ਕੋਈ ਸਿਸਟਮ ਦਾ ਕਿਸ ਤਰ੍ਹਾਂ ਅਬਿਊਜ਼ ਹੁੰਦਾ ਹੈ। Yeah. And so to ਆਪਾਂ government ਨੂੰ of course ਆਪਾਂ ਕਹਿੰਦੇ ਆ that they've opened the floodgates, but what are our people doing? ਕੋਈ ਵੀ ਪ੍ਰੋਗਰਾਮ ਚੱਲਣ ਨਹੀਂ ਦਿੰਦੇ ਹੈਗੇ। ਕਿਉਂ ਨਹੀਂ ਚੱਲਣ? ਪ੍ਰੋਗਰਾਮ ਜਿਹੜਾ ਆਉਂਦਾ ਹੈ ਜੀ ਉਸਦਾ ਦੁਰਉਪਯੋਗ ਇੰਨਾ ਕਰ ਦਿੰਦੇ ਅਸੀਂ ਕਿ ਉਸਦਾ ਸਤਿਆਨਾਸ਼ ਜਦ ਤੱਕ ਨਾ ਹੋ ਜਾਏ ਤਦ ਤੱਕ ਅਸੀਂ ਪਿੱਛੇ ਨਹੀਂ ਹਟਦੇ। ਤੇ ਨੈਨੀਜ਼ ਦਾ, ਕੇਅਰ ਗਿਵਰਸ ਦਾ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਹੈਗਾ। ਅੱਛਾ, ਹੁਣ ਗੱਲ ਕਰੀਏ ਥੋੜਾ ਜਿਹਾ ਇਕਨੋਮਿਕ ਇਮੀਗ੍ਰੈਂਟਸ ਦੀ। ਇਹ ਸਰਕਾਰ ਦੀ ਤਰਜੀਹ ਕਹਿ ਰਹੇ ਨੇ ਜੀ ਅਸੀਂ ਦਾਂਗੇ ਇਕਨੋਮਿਕ ਇਮੀਗ੍ਰੈਂਟਸ ਨੂੰ, ਬਟ ਆਈ ਵਾਸ ਰੀਡਿੰਗ ਅ ਰਿਪੋਰਟ ਜਨਵਰੀ 2020 ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਸੀ, ਹੁਣ ਅਗਲੇ ਮਹੀਨੇ ਕਿਤੇ ਜਾ ਕੇ ਉਹਨਾਂ ਦੀ ਫਾਈਲਾਂ ਖੁੱਲੀਆਂ ਨੇ। ਯਾਨੀ ਕਿ 5 ਸਾਲ ਬਾਅਦ। 5 ਸਾਲ ਕੌਣ ਵੇਟ ਕਰੇਗਾ ਇਕਨੋਮਿਕ ਇਮੀਗ੍ਰੈਂਟ? ਉਹ ਜਿਹੜਾ ਵੀ ਬਾਹਰ ਆਉਣਾ ਚਾਹੁੰਦਾ ਹੈ ਇਮੀਡੀਏਟ ਚਾਹੁੰਦਾ ਹੈ ਕਿ ਉਹ ਆ ਕੇ ਕੰਟਰੀਬਿਊਟ ਕਰੇ ਜਿਸ ਵੀ ਦੇਸ਼ ਵਿੱਚ ਉਹਨੇ ਜਾਣਾ ਹੈ। ਤੇ ਇਹ ਜਿਹੜਾ ਹੈਗਾ ਹੁਣ ਇਕਨੋਮਿਕ ਇਮੀਗ੍ਰੈਂਟਸ ਦਾ ਜਿਹੜਾ ਕੇਸ ਹੈ ਜੀ, ਤੁਸੀਂ ਕੀ ਸਮਝਦੇ ਹੋ ਕਿ ਕੀ ਹੁਣ ਇਹ ਫਾਸਟ ਟਰੈਕ ਹੋਣਗੇ ਆਉਣ ਵਾਲੇ ਸਾਲ ਦੇ ਵਿੱਚ? ਇਸ ਪੱਖ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ? If the government has any sense, I hope ਕੋਈ federal government ਦਾ ਸੁਣਦਾ, if you have any sense, ਜਿਹੜੀ economic business immigration ਆ, don't close that. ਉਹਨੂੰ fast track, because ਉਹੀ ਆਪਣੀ economy ਚ ਪਾਉਣਗੇ ਪੈਸੇ, ਉਹੀ jobs create ਕਰਨਗੇ। ਉਹ ਆਪਣੇ ਤੋਂ ਲੈਣ ਨਹੀਂ ਆਏ, they're coming to give. So the startup visa closing, of course, ਇਹ ਵੀ ਕਿਉਂ ਬੰਦ ਹੋ ਰਿਹਾ? startup visa ਇਸ ਤਰ੍ਹਾਂ ਹੁੰਦਾ ਸੀ, within 2 years, within a year, ਤੁਸੀਂ ਤੁਹਾਡੀ ਟੀਮ ਸਭ ਨੂੰ PR। ਹੁਣ ਤਾਂ 10 ਸਾਲ ਤੱਕ ਕਹਿੰਦੇ ਆ startup visa ਨੂੰ ਲੱਗਣ ਲੱਗੇ PR। ਹੁਣ ਜਿਹੜਾ ਬਿਜ਼ਨਸਮੈਨ ਆ ਉਹਨੇ ਬਿਜ਼ਨਸ ਪਲਾਨ ਦਿੱਤਾ ਹੋਇਆ, ਪੈਸੇ ਆਪਣੇ ਲਗਾਏ ਹੋਏ ਆ, ਉਹ 10 ਸਾਲ ਵੇਟ ਕਰੇਗਾ ਕੈਨੇਡਾ ਓਨਲੀ? He would much rather go spend his money somewhere else. So if we're talking like the business economic, like the startup visa, whatnot, that is being stopped, which is koi bhi apne kole entrepreneur program bacha hi nahi ga. There's barely anything. Economic migration, if we're talking express entry, if we're talking the provincial nominee programs, it chalenge 100% ਚੱਲਣਗੇ, ਪਰ ਉਹ ਵੀ ਉਹਨਾਂ ਨੇ ਕੈਪ ਕਰ ਦਿੱਤਾ ਗਿਆ ਹੈਗਾ। and cap equals targeted draws. So mostly draws will be targeted for what we need in that city, in that province, in that region. That is how I think economic express entry is going to go in provincial nominee program. Randomly full draw ਹੋ ਸਕਦਾ, ਜਿਵੇਂ end of the year ਉਹਨਾਂ ਕੋਲੇ end of the year ਆ ਜਦੋਂ ਆਪਾਂ ਦੇਖਦੇ ਹੈਗੇ ਵੀ ਜਿਹੜੇ scores low ਹੁੰਦੇ ਹੈਗੇ because they have to meet their quotas. So to the quota meet karna, but starting January, I was telling my clients we might go back up to 500-600, like above 550 for the points, right?
It does. Like beginning of year is always tough. जो मैं देखा this Right. time what would happen, I don't know. And ਜਿਹੜਾ ਇਹ ਹੁਣ TR to PR ਦੀ ਗੱਲ ਕਰ ਰਹੇ ਜਿਹੜਾ 2026 ਦੇ ਵਿੱਚ ਆਉਣਾ again is for 33,000 workers that will be able to apply, but eligibility ਕੀ ਹੈ ਉਹਨਾਂ ਨੇ ਕੱਢੀ ਨਹੀਂ ਹੈਗੀ. But what I'm thinking eligibility ਜੋ ਹੋਏਗੀ it would be based upon your occupation. Maybe where you're working, I don't know if it's regional. It shouldn't be regional, but it will be targeted occupation based in what job Okay. you're doing. Yeah, I think that is how they will do it. ਸਾਰਿਆਂ ਨੂੰ ਨਹੀਂ ਖੋਲਣਗੇ. It'll be specific. ਫੈਮਿਲੀ ਰੀਯੂਨੀਫਿਕੇਸ਼ਨ ਦੇ ਬਾਰੇ ਕੀ ਤੁਸੀਂ ਇਸ ਸਾਲ ਦੇਖਿਆ ਹੈਗਾ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਕੀ ਇਸ ਵਿੱਚ ਕੋਈ ਚੇਂਜਸ 2026 ਵਿੱਚ ਨਜ਼ਰ ਆਣਗੇ? I don't. 5 ਸਾਲ ਹੋ ਗਏ ਦੇਖਿਆ ਨਹੀਂ ਕੋਈ change. I cannot promise anything. I don't think so. I ਰਾਈਟ don't think so. But again, 5 years ਜੇ ਤੁਸੀਂ ਉਹੀ ਬੰਦਿਆਂ ਨੂੰ chance ਦੇ ਰਹੇ ਆ, where is the justice in that? This is so biased. It's not correct. ਰਾਈਟ So ਕਾਫੀ actually ਐਸਾ ਰੋਲਾ ਪਿਆ ਹੈਗਾ petitions ਵੀ ਗਈਆਂ ਉਹਨਾਂ ਕੋਲੇ ਕਾਫੀ ਕੁਝ ਕਿਹਾ we give us a chance. So hopefully they'll do a new draw, but every year I hope. So this year I'm not going to say anything. I'm just every year I'm shocked that again from 2020 again and ਉਹੀ ਬੰਦਿਆਂ ਨੂੰ ਦੁਬਾਰਾ chance ਦਿੱਤਾ ਜਾ ਰਿਹਾ ਹੈ. ਰਾਈਟ This was supposed to be a lottery, so everybody had fair chance to apply. ਜੀ Then they chose the 10,000, but they're giving the same 500,000 that try again and again and again. And बाकी 5 सालों तो जो wait कर रहे हैं wait करी जा रहे हैं. ਐਂਡ ਫਾਈਨਲੀ ਇੰਦਰਾ ਜੀ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਤੁਸੀਂ ਜਿਸ ਤਰ੍ਹਾਂ ਦੇਖਦੇ ਹੋ ਐਜ਼ ਇਮੀਗ੍ਰੇਸ਼ਨ ਕੰਸਲਟੈਂਟ ਲੋਕ ਵੀ ਪਰੇਸ਼ਾਨ ਨੇ ਇਕਨੋਮੀਜ਼ ਇਨ ਡੋਲਡਰਮਸ ਕੈਨੇਡਾ ਨੀਡਸ ਇਮੀਗ੍ਰੇਸ਼ਨ ਬਟ ਦ ਰਾਈਟ ਕਾਈਂਡ ਆਫ ਇਮੀਗ੍ਰੇਸ਼ਨ ਜਿਹਦੇ ਨਾਲ ਕਿ ਕੈਨੇਡਾ ਪ੍ਰੋਸਪਰ ਕਰ ਸਕੇ ਤੁਸੀਂ 2026 ਨੂੰ ਕੀ ਆਸ ਕਰ ਰਹੇ ਹੋ ਜੋ ਇਸ ਸਰਕਾਰ ਵੱਲੋਂ ਪ੍ਰੋਗਰਾਮਸ ਦੇ ਵਿੱਚ ਟਵੀਕਸ ਐਂਡ ਬੈਲੈਂਸਸ ਚੇਂਜਸ ਜਿਹੜੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਇਸੇ ਤਰੀਕੇ ਨਾਲ ਚੱਲਣਗੇ ਜਾਂ ਇੱਕ ਤੁਹਾਨੂੰ ਲੱਗਦਾ ਕੁਝ ਸਟੇਬਲਾਈਜੇਸ਼ਨ 2026 ਦੇਖਣ ਨੂੰ ਮਿਲੇਗੀ ਤਾਂ ਕਿ ਜਿਹੜੇ ਵੀ ਅਨਾਉਂਸਮੈਂਟਸ ਕੀਤੀਆਂ ਨੇ ਉਹਨਾਂ ਨੂੰ ਇਨਫੋਰਸ ਕਰਕੇ ਕੁਝ ਬੈਟਰਮੈਂਟ ਕੈਨੇਡਾ ਵਾਸਤੇ ਸਾਨੂੰ ਵੇਖਣ ਨੂੰ ਮਿਲੇਗੀ ਜਾਂ ਇਸ ਤਰ੍ਹਾਂ ਹੀ ਇਹ ਚੇਂਜਸ ਜਿਹੜੇ ਨੇ ਚੱਲਦੇ ਰਹਿਣ? Changes that ਚੱਲਣਗੇ, I think we are still going to look at foundation. Lying down the foundation. ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੋ changes ਆ ਰਹੀਆਂ. But I would say mid 2026 and into 27 things will smooth out. They have to now. ਹੁਣ ਤਾਂ 2 ਸਾਲ ਹੋ ਗਏ it's been extreme turbulence. So ਹੁਣ Right. ਜਿਹੜੀ ਦੀ stability ਆਊਗੀ ਹੋਣੀ ਸ਼ੁਰੂ ਹੋਏਗੀ because now they're actually deporting people. They're actually refusing people. They're actually sending people back. Right. Right? They are sticking with their targets. And ਜਿਹੜੇ programs ਇਹ ਬੰਦ ਕਰ ਰਹੇ ਆ, ਉਹ programs ਜਿਹੜੇ ਬੰਦ ਹੋ ਰਹੇ, ਚੀਜ਼ਾਂ ਬੰਦ ਹੋ ਰਹੀਆਂ is due to the fraud, due to the lies, due to the non-transparency. So yes, stabilization hoegi for sure. But not right away, not right away. Maybe end of 2026 and things will turn around 27, 28. This is my thought And- and this is my prediction, yeah. ਰਾਈਟ ਐਂਡ ਫਾਈਨਲੀ ਤੁਹਾਡਾ ਕੀ ਮੈਸੇਜ ਹੋਏਗਾ ਜੀ ਜਿਹੜੇ ਲੋਕ ਅਪਲਾਈ ਕਰਨਾ ਚਾਹੁੰਦੇ ਨੇ ਕੈਨੇਡਾ ਨੂੰ ਵੱਖਰੀ ਵੱਖਰੀ ਸਟਰੀਮਸ ਵਿੱਚ ਜਿਹੜੇ ਅਸੀਂ ਡਿਸਕਸ਼ਨ ਕੀਤੀ ਭਾਵੇਂ ਉਹ ਸਟੂਡੈਂਟਸ ਹੈਗੇ ਨੇ ਭਾਵੇਂ ਉਹ ਟੈਂਪਰਰੀ ਫੋਰਨ ਵਰਕਰਸ ਨੇ ਜਾਂ ਇਕਨੋਮਿਕ ਬੇਸਿਸ ਤੇ ਕੈਨੇਡਾ ਆਉਣਾ ਚਾਹੁੰਦੇ ਹੈਗੇ ਨੇ? Immigration permanent basis is difficult. It is difficult at thode points, especially if you're outside Canada. Inside Canada, we masa 400 points ban rahe. I don't see anything happening. एक चीज ਨੂੰ ਨਾ ਹੋੜ ਕਰੋ ECA healthcare ਸਭ ਕੁਝ ਬੰਦ ਹੋਈ ਜਾ ਰਿਹਾ ਸੋ ਜਿੱਥੇ ਵੀ ਤੁਸੀਂ ਹੁਣ ਜਾਓਗੇ ਕੁਝ ਵੀ ਕਰੋਗੇ ਜਦੋਂ ਨੂੰ ਤੁਹਾਡੀ ਵਾਰੀ ਆਉਣੀ ਹੈ it's going to be done. It's literally going to be done. Healthcare is something that I know that will not finish. We look at our hospitals, look at our system, right? Healthcare is going to be there. How it will be there, how it supports you, you have to look and see. Jade students at I would really say for the students that actually want to study. But don't have hope for PGWP if you're just coming, and don't have hope for PR. And if you're all coming, please go to a school that offers PGWP. And ਜਦੋਂ ਤੁਸੀਂ ਇੱਥੇ ਆ ਜਾਂਦੇ ਆ please ਆਪਣੀ ਪੜ੍ਹਾਈ ਕਰੋ. Absolutely. 40 ਘੰਟੇ ਕੰਮ ਕਰਨ ਦੀ ਜ਼ਰੂਰਤ ਨਹੀਂ. Study, finish your studies, get that work permit. And then ਹੁਣ pathway ਤਾਂ I think ਜੋ PR ਦੀ pathway ਹੋਏਗੀ PGWP students ਲਈ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਉੱਥੇ ਉਹਨਾਂ ਨੂੰ ਕੰਮ ਕਰਨਾ ਪੈਣਾ in that same field. So that is shift, I think, is also coming in the near future. Workers, if you're coming to pay taxes, don't do that. If you're coming to buy an LMI and pay taxes, ਜਿਹੜੇ ਤੇ ਆਏ ਹੋਏ ਉਹਨਾਂ ਦੀ ਸਟੋਰੀ ਸੁਣ ਲਓ 40,000 50 60 80,000 LMI ਦੇ ਕੇ
every month $2,000 ਉਹ ਦੇ ਰਹੇ ਹੈਗੇ ਆ ਬਿਲਕੁਲ taxes ਕੀ ਉਹ ਵਰਥ ਹੈਗਾ ਤੁਹਾਡਾ ਇੱਥੇ ਆ ਕੇ ਇੰਨਾ ਸਾਰਾ ਕੁਝ ਕਰਨਾ ਐਬਸੋਲੂਟਲੀ ਐਂਡ ਖਾਸ ਤੌਰ ਦੇ ਉੱਤੇ ਵਰਗਲਾਏ ਨਾ ਜਾਓ ਜਿਹੜੇ ਕਿ ਗਲਤ ਤੁਹਾਨੂੰ ਸਲਾਹ ਮਿਲ ਰਹੀ ਹੈ ਅੱਜ ਓਪਨਲੀ ਤੁਹਾਨੂੰ ਸਭ ਕੁਝ ਨੈਟ ਤੇ ਮਿਲ ਸਕਦਾ ਹੈਗਾ ਕਿ ਕੀ everything ਹਾਲਾਤ ਨੇ ਕੈਨੇਡਾ ਦੇ ਸੋ ਉਹ ਜ਼ਰੂਰ ਧਿਆਨ ਦਿੱਤਾ ਜਾਵੇ exactly ਐਬਸੋਲੂਟਲੀ ਨੀਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਇਮੀਗ੍ਰੇਸ਼ਨ ਸਿਸਟਮ ਹੋਰ ਸਟ੍ਰੀਮਲਾਈਨ ਹੋਏ ਤੇ ਵਾਕਿਆ 'ਚ ਉਹ ਲੋਕ ਜਿਹੜੇ ਕੈਨੇਡਾ ਵਿੱਚ ਆ ਕੇ ਪ੍ਰੋਸਪਰ ਕਰਨਾ ਚਾਹੁੰਦੇ ਨੇ ਉਹ ਵੀ ਸੈਟਲ ਹੋਣ ਤੇ ਕੈਨੇਡਾ ਜਿਹੜਾ ਹੈਗਾ ਪ੍ਰੋਸਪਰ ਕਰੇ ਵਾਂਸ ਅਗੇਨ ਥੈਂਕ ਯੂ ਵੈਰੀ ਮਚ ਐਂਡ ਬੈਸਟ ਵਿਸ਼ਸ ਹੈਪੀ ਨਿਊ ਈਅਰ ਟੂ ਯੂ ਜੀ ਥੈਂਕ ਯੂ ਸੋ ਇਹ ਸਨ ਜੀ ਨੀਰਾ ਅਗਨੀਹੋਤਰੀ ਤੁਸੀਂ ਸੁਣਿਆ ਕਿ ਜੋ ਹਾਲਾਤ ਹੈਗੇ ਨੇ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ 2026 ਦੇ ਵਿੱਚ ਕਿੰਨਾ ਕੁ ਚੇਂਜਸ ਆਣਗੇ ਸਰਕਾਰ ਨੇ ਜਿਹੜੇ ਚੇਂਜਸ ਲਿਆਂਦੇ ਨੇ ਡੈਫੀਨਿਟਲੀ ਉਹਨਾਂ ਦੇ ਉੱਤੇ ਹੁਣ ਸਰਕਾਰ ਇਨਫੋਰਸ ਕਰ ਰਹੀ ਹੈ ਉਹਨਾਂ ਚੀਜ਼ਾਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ 2026 ਦੇ ਵਿੱਚ ਇਹ ਜਿਹੜੀ ਇਨਫੋਰਸਮੈਂਟ ਹੈ ਰਿਜ਼ਲਟਸ ਲਿਆਏ ਅਤੇ ਲੋਕ ਇੱਥੇ ਜਿਹੜੇ ਆ ਰਹੇ ਨੇ ਉਹ ਕਾਮਯਾਬ ਹੋਣ ਅਤੇ ਇੱਥੇ ਆ ਕੇ ਪ੍ਰੋਸਪਰ ਕਰ ਸਕਣ ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ ਤੇ ਇਹ ਨਿਰੰਤਰ ਤੁਹਾਡੇ ਨਾਲ ਤੁਹਾਡਾ ਸਾਥ ਬਣਿਆ ਰਹੇਗਾ 2026 ਵਿੱਚ ਵੀ ਜਿਸ ਵਿੱਚ ਕਿ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ ਮੇਰੇ ਨਾਲ ਸੰਪਰਕ ਕਰਨਾ ਹੋਏ ਤਾਂ 604 603 7555 ਜਾਂ ਫਿਰ ਈਮੇਲ ਕਰੋ harpreetsingh@gmail.com ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਹੈਵ ਅ ਵੰਡਰਫੁਲ ਡੇ